सत श्री अकाल दोस्तों, मैं हरप्रीत कौर तुहाडा बहुत बहुत स्वागत करती हाँ तुहाडे अपने प्रोग्राम दे विच। जिवें कि तुसीं जाणदे ही हो कि मैं हर वार किसी नवे विषय ते तुहाडे नाल रूबरू हो जानी हाँ ते अज भी किसी नवे विषय नाल तुहाडे सामने रूबरू हो चुकी हाँ ते मेरे नाल महक शर्मा जी भी आ चुके ने। सत श्री अकाल महक शर्मा। सत श्री अकाल हरप्रीत कौर जी। जी महक शर्मा जी की हाल चाल? वधिया जी, बिल्कुल जी। तुसीं दसो किवें हो? जी बिल्कुल महक, साडा तां वधिया। सो महक, जिवें कि आपां हर बार अपने ਸਰੋਤਿਆਂ ਲਈ ਕਿਸੇ ਨਵੇਂ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਤੇ ਅੱਜ ਵੀ ਆਪਾਂ ਕਿਸੇ ਨਵੇਂ ਵਿਸ਼ੇ ਤੇ ਗੱਲਬਾਤ ਦਾ ਸਿਲਸਿਲਾ ਜਾਰੀ ਕਰਾਂਗੇ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਸਮੇਂ ਦੀ। ਜੀ ਬਿਲਕੁਲ। ਕਿ ਸਮੇਂ ਦੀ ਇਨਸਾਨ ਕਦਰ ਨਹੀਂ ਕਰਦਾ, ਸਮੇਂ ਦੀ ਕਦਰ, ਕਿਉਂਕਿ ਜਦੋਂ ਸਮਾਂ ਬੀਤ ਜਾਂਦਾ ਹੈ ਤਾਂ ਇਨਸਾਨ ਨੂੰ ਸਿਰਫ ਔਰ ਸਿਰਫ ਪਛਤਾਵਾ ਪੱਲੇ ਰਹਿ ਜਾਂਦਾ। ਬਿਲਕੁਲ जी। तो इस दे नाल ही मैं कि एक गल होर है, जो समा बहुत कीमती है लेकिन लोकी इस समय नूं समझ नहीं पा रहे। बिल्कुल प्रीत कौर जी, हर व्यक्ति के जीवन में समय का बहुत ही महत्व है। बिल्कुल। ਤੇ ਲੋਕਾਂ ਅੱਜ ਕੱਲ ਦੇ ਲੋਕੀ ਨੇ ਜਿਹੜੇ ਸਮੇਂ ਦੀ ਕਦਰ ਬਿਲਕੁਲ ਨਹੀਂ ਕਰਦੇ, ਸਮੇਂ ਨਾਲ ਚੱਲਦੇ ਨਹੀਂ ਹੈਗੇ, ਸਮੇਂ ਨੂੰ बेकार समझते हैं कि समा कुछ नहीं है। बिल्कुल 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 महक, क्योंकि ਜਿਹੜਾ ਸਮਾਂ ਹੈ ਜਦੋਂ ਉਹ ਇੱਕ ਜਿਵੇਂ ਕਿ ਆਪਾਂ ਸਮੇਂ ਦੀ ਕਦਰ ਨਹੀਂ ਕਰਦੇ ਹਨਾ, ਸਮਾਂ ਸਾਡੇ ਲਈ ਬਹੁਤ ਕੀਮਤੀ ਹੈ। ਬਿਲਕੁਲ। ਪਰ ਜਦੋਂ ਮੈਂ ਕਿ ਕੋਈ ਚੀਜ਼ ਗਵਾਚ ਜਾਂਦੀ ਹੈ, ਜੀ ਬਿਲਕੁਲ, ਉਹ ਲੱਭਦੀ ਨਹੀਂ ਹੈਗੀ। ਪਰ ਕਦੇ ਨਾ ਕਦੇ ਕਈ ਵਾਰੀ ਆਪਣੇ ਨਾਲ ਵੀ ਐਦਾਂ ਹੁੰਦਾ ਕਿ ਆਪਾਂ ਕੋਈ ਚੀਜ਼ ਘਰੇ ਰੱਖ ਕੇ ਭੁੱਲ ਜਾਂਦੇ ਹਾਂ ਤੇ ਉਹ ਬਹੁਤ ਟਾਈਮ ਬਾਅਦ ਮਿਲ ਜਾਂਦੀ ਹੈ ਤੇ ਆਪਾਂ ਨੂੰ ਖੁਸ਼ੀ ਹੁੰਦੀ ਹੈ ਕਿ ਹਾਂ ਆਪਣੀ ਗਵਾਚੀ ਚੀਜ਼ ਅੱਜ ਮਿਲ ਚੁੱਕੀ ਹੈ। ਲੇਕਿਨ ਮਹਿਕ, ਜਿਹੜਾ ਸਮਾਂ ਹੈ ਉਹਨੂੰ ਆਪਾਂ ਅਗਰ ਗਵਾ ਵੀ ਲਿਆ, ਜਿਵੇਂ ਕਿ ਆਪਾਂ ਸਮੇਂ ਦੀ ਕਦਰ ਦੀ ਗੱਲ कर रहे हैं, लेकिन जिस दिन वो गवा गया ਆਪਾਂ उस बीते हुए पल ਨੂੰ वापस नहीं लेके आ सकते। क्योंकि गवाची हुई चीज़ ਨੂੰ ਤਾਂ ਆਪਾਂ ਕੱਢ ਕੇ ले आए क्योंकि काफ़ी समय बाद भी ਆਪਾਂ ਨੂੰ मिल गई है। लेकिन ਜਿਹੜਾ ਸਮਾਂ है ना महक, वो समा एक बार जे बीत गया वो वापस नहीं आना। जी बिल्कुल प्रीत। जो समय है हमेशा ਆਪਾਂ ਤੋਂ ਇੱਕ ਕਦਮ ਅੱਗੇ ਚੱਲਦਾ ਹੈ। बिल्कुल। ਤਾਂ ਆਪਾਂ ਨੂੰ ਕੋਈ ਵੀ ਕੰਮ ਕਰਨ ਲਈ ਸਮੇਂ ਦੀ ਉਡੀਕ ਨਹੀਂ ਕਰਨੀ ਚਾਹੀਦੀ। ਤਾਂ ਹਾਂ ਕਿ ਆਪਾਂ ਸੋਚਦੇ ਨਾ ਕਈ ਗੱਲਾਂ ਕਿ ਟਾਈਮ ਆਵੇਗਾ ਤਾਂ ਵੀ ਕਰਾਂਗੇ, ਤਦੇ ਕਰਾਂਗੇ, है ना। बिल्कुल। ਤੇ ਆਪਾਂ ਨੂੰ ਹਾਂ ਕਿ ਉਹ ਦੇਖਦੇ ਰਹਿੰਦੇ ਆਪਾਂ ਕਿ ਉਹ ਟਾਈਮ ਆਵੇਗਾ ਆਪਾਂ ਕਰਾਂਗੇ। ਤਾਂ ਬਿਲਕੁਲ ਆਪਾਂ ਨੂੰ ਸਮੇਂ ਦੀ ਉਡੀਕ ਨਹੀਂ ਕਰਨੀ ਚਾਹੀਦੀ। ਜੋ ਕੰਮ ਕਰਨਾ ਚਾਹੀਦਾ ਆਪਾਂ ਨੂੰ ਉਸੇ ਟਾਈਮ ਉਸੇ ਸਮੇਂ ਤੇ ਕਰਨਾ ਚਾਹੀਦਾ, ਕਿਉਂਕਿ ਲੰਘਿਆ ਸਮਾਂ ਹੱਥ ਨਹੀਂ ਆਉਂਦਾ। ਬਿਲਕੁਲ। ਮੈਂ ਤੁਸੀਂ ਬਹੁਤ ਵਧੀਆ ਗੱਲ ਕਹੀ, ਕਿਉਂਕਿ ਜਿਹੜਾ ਸਮਾਂ ਇੱਕ ਵਾਰ ਨਿਕਲ ਜੇ ਉਹ ਵਾਪਸ ਹੱਥ ਨਹੀਂ ਆਉਂਦਾ। ਭਾਵੇਂ ਉਹਨੂੰ ਜਿੰਨੇ ਮਰਜ਼ੀ ਯਤਨ ਕਰ ਲਓ, ਜੋ ਮਰਜ਼ੀ ਲਗਾ ਲਓ, ਪੈਸਾ ਲਗਾ ਲਓ, ਜੋ ਮਰਜ਼ੀ ਲਗਾ ਲਓ, ਲੇਕਿਨ ਜਿਹੜਾ ਸਮਾਂ ਉਹ ਵਾਪਸ ਕਦੇ ਵੀ ਨਹੀਂ ਆਉਂਦਾ। हाँ बिल्कुल हरप्रीत कौर जी, मैं एक गल होर कहना चाहांगी कि जो समय बहुत ही खतरनाक है। बिल्कुल। वो अपने नाल लोकां नूं जीना सिखा दिंदा है। जी बिल्कुल बिल्कुल महक, क्योंकि समा कई बारी लोकी समय की कदर नहीं करते। बिल्कुल। क्योंकि कई बारी लोकी की करते हैं, जो रोटी खा रहे हैं तो उन्होंने टाइम नूं इन्ना वेस्ट करते हैं कि वो रोटी खाते रहेंगे। जो सो रहे हैं तो वो सोते रहेंगे। कई बारी कई लोकी इस तरह के होंगे ने कि वो सुते रहते हैं, उन्होंने पता है कि साडा समा बर्बाद हो रहा है, उन्होंने नींद भी नहीं आ रही, लेकिन बट फिर भी वो पए ने। जी बिल्कुल। इस गल नूं असीं कहांगे कि समय की कदर करो दोस्तों, क्योंकि तुसी तुहानू नींद नहीं आ रही, तुहाडे कोल कोई काम नहीं है, तुसी एटलीस्ट ਜਿਹੜਾ ਸਮਾਂ ਹੈ ਉਸ ਦੀ ਕਦਰ ਤਾਂ ਕਰੋ। ਹਾਂ, ਜੋ ਸਮਾਂ ਤੁਹਾਡੇ ਕੋਲ ਫ੍ਰੀ ਹੈ ਆਪਾਂ ਨੂੰ ਉਸ ਵਿੱਚ ਕੰਮ ਕਰ ਲਓ ਕੋਈ, ਠੀਕ ਹੈ ਨਾ। ਹੁਣ ਜਿੱਦਾਂ ਲਾਈਟ ਨਹੀਂ ਹੈ, ਆਪਾਂ ਨੂੰ ਲਾਈਟ ਦਾ ਲਾਭ ਲੈਣਾ ਚਾਹੀਦਾ ਕਿ ਲਾਈਟ ਗਈ ਹੈ, ਆਪਾਂ ਨੂੰ ਕੋਈ ਕੰਮ ਕਰ ਲੈਣਾ ਚਾਹੀਦਾ ਹੈ, ਕਿਉਂਕਿ ਲੰਘਿਆ ਸਮਾਂ ਕਦੇ ਹੱਥ ਨਹੀਂ ਆਉਂਦਾ। ਬਿਲकुल। ਮੈਂ ਕਿ ਜਿਵੇਂ ਕਿ ਜੇ ਮੰਨ ਲਓ ਸਕੂਲ ਦੇ ਵਿੱਚ ਬੱਚੇ ਲੇਟ ਜਾ ਰਹੇ ਨੇ, ਜੀ ਵਿਦਿਆਰਥੀ ਨੇ ਉਹ ਲੇਟ ਜਾ ਰਹੇ ਨੇ, ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਕਰਮਚਾਰੀ ਕੰਮ ਕਰਦੇ ਨੇ, ਜੇ ਉਹ ਲੇਟ ਜਾਣਗੇ ਤਾਂ ਵੀ ਕੁਛ ਨਾ ਕੁਛ ਹੋ ਸਕਦਾ। ਜੇ ਰੇਲ ਗੱਡੀ ਦਾ ਥੋੜਾ ਜਿਹਾ ਵੀ ਟਾਈਮ ਲੇਟ ਹੋ ਜੇ ਤਾਂ ਤੁਸੀਂ ਸਮਝ ਸਕਦੇ ਹੋ ਮੈਂ ਸਾਰੇ ਯਾਤਰੀਆਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਜੇ ਦਫ਼ਤਰ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕੀ ਲੇਟ ਜਾਣਗੇ ਤਾਂ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਜੇ ਇਸ ਤਰ੍ਹਾਂ ਜੇ ਉਹ ਆਪਣੇ ਸਮੇਂ ਦੇ ਪਾਬੰਦ ਨਾ ਹੋਣ, ਉਸ ਸਮੇਂ ਤੇ ਆਪਣੇ ਦਫ਼ਤਰਾਂ ਦੇ ਵਿੱਚ ਜੇ ਬੱਸ ਵਾਲੇ ਟਾਈਮ ਤੇ ਨਾ ਪਹੁੰਚਣ ਤਾਂ ਕਿੰਨੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਸਮੇਂ ਤੇ ਬੱਸ ਲੈ ਕੇ ਜਾਣੀ ਹੈ, ਅਸੀਂ ਸਮੇਂ ਤੇ ਆਪਣੀ ਰੇਲ ਗੱਡੀ ਲੈ ਕੇ ਜਾਣੀ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਕੋਈ ਜਿਹੜੀ ਸਾਡੀ ਸਵਾਰੀ ਹੈ ਉਹ ਸਾਡਾ ਇੰਤਜ਼ਾਰ ਕਰ ਰਹੀ ਹੈ। ਜੇ ਉਹ ਸਮੇਂ ਤੇ ਨਹੀਂ ਪਹੁੰਚਣਗੇ ਤਾਂ ਸਭ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ। जो व्यक्ति समय की कदर नहीं करता तो एक दिन ऐसा उस इंसान दे
ਇੱਕ ਦਿਨ ਐਦਾਂ ਦਾ ਜ਼ਰੂਰ ਆਉਂਦਾ ਹੈ ਕਿ ਉਸ ਇਨਸਾਨ ਦੀ ਕਦਰ ਵੀ ਲੋਕੀ ਨਹੀਂ ਕਰਦੇ। ਬਿਲਕੁਲ ਬਿਲਕੁਲ ਇਹ ਦਿਨ ਕਿਉਂ ਆਉਂਦਾ ਹੈ? ਤਾਂ ਜਿਸ ਵਿਅਕਤੀ ਨੇ ਸਮੇਂ ਦੀ ਕਦਰ ਨਹੀਂ ਕੀਤੀ ਹੁੰਦੀ। ਬਿਲਕੁਲ ਮਮਤਾ, ਮੈਂ ਕਿਉਂਕਿ ਕਈ ਲੋਕੀ ਇਸ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਕਿ ਕੁਛ ਨਹੀਂ ਕਰਦੇ, ਵਿਹਲੇ ਬੈਠੇ ਰਹਿੰਦੇ ਨੇ, ਗੱਲਾਂ ਮਾਰਦੇ ਰਹਿੰਦੇ ਨੇ, ਗੱਪਾਂ ਮਾਰਦੇ ਰਹਿੰਦੇ ਨੇ। ਬਿਲਕੁਲ ਇਹ ਨਹੀਂ ਪਤਾ ਸੀ ਜਿਹੜੀਆਂ ਅਸੀਂ ਗੱਪਾਂ ਮਾਰ ਰਹੇ ਹਾਂ ਜਾਂ ਕੁਝ ਕਰ ਰਹੇ ਸੀ, ਆਪਾਂ ਟਾਈਮ ਖਰਾਬ ਕਰ ਰਹੇ ਹਾਂ। ਬਿਲਕੁਲ ਟਾਈਮ ਖਰਾਬ ਕਰ ਰਹੇ ਨੇ, ਕਿਉਂਕਿ ਜਿਵੇਂ ਕਿ ਕਈ ਲੋਕੀ ਹੁੰਦੇ ਨੇ ਘਰੇ ਟੀਵੀ ਨਹੀਂ ਆ ਜਾਂ ਲਾਈਟ ਨਹੀਂ, ਜਿਵੇਂ ਤੁਸੀਂ ਪਹਿਲਾਂ ਵੀ ਮੈਂ ਸ਼ਰਮਾ ਗੱਲ ਕੀਤੀ ਸੀ ਕਿ ਲਾਈਟ ਨਾ ਹੋਵੇ ਤਾਂ ਲੋਕੀ ਉਸ ਚੀਜ਼ ਦਾ ਫਾਇਦਾ ਨਹੀਂ ਚੱਕਦੇ, ਹਾਲਾਂਕਿ ਗੱਲਾਂ ਮਾਰਨ ਚ ਲੱਗਦੇ। ਉਹੀ ਮੈਂ ਗੱਲ ਕਰ ਰਹੀ ਹਾਂ ਕਿ ਲੋਕੀ ਕੀ ਕਰਦੇ ਨੇ, ਗਲੀ 'ਚ ਬੈਠ ਜਾਂਦੇ ਨੇ, ਇੱਧਰ ਉੱਧਰ ਚਲੇ ਜਾਂਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਵੀ ਉਹਨਾਂ ਨੂੰ ਇੰਨਾ ਨਹੀਂ ਹੈਗਾ ਕਿ ਅਸੀਂ ਸਮੇਂ ਦੀ ਕਦਰ ਕਰੀਏ। ਜੀ ਬਿਲਕੁਲ। ਸਮੇਂ ਦੇ ਨਾਲ ਹੀ ਮੈਂ ਤੁਹਾਨੂੰ ਮੈਂ ਸ਼ਰਮਾ ਇੱਕ ਹੋਰ ਗੱਲ ਦੱਸਣੀ ਚਾਹੂੰਗੀ। ਇੱਕ ਵਾਰੀ ਕੀ ਹੋਇਆ ਸੀ, ਜਦੋਂ ਆਪਾਂ ਨੂੰ ਪਤਾ ਲੋਕਡਾਊਨ ਲੱਗਾ ਜੀ ਮੈਮ, ਬਿਲਕੁਲ ਇਹ ਸਭ ਨੂੰ ਪਤਾ, ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈ ਜਿਹਨੂੰ ਲੋਕਡਾਊਨ ਬਾਰੇ ਨਾ ਪਤਾ ਹੋਵੇ, ਕਰੋਨਾ ਦੀ ਬਿਮਾਰੀ ਬਾਰੇ ਨਾ ਪਤਾ ਹੋਵੇ। ਕਿਉਂਕਿ ਜਦੋਂ ਕਰੋਨਾ ਦਾ ਟਾਈਮ ਸੀ, ਲੋਕਡਾਊਨ ਲੱਗਿਆ ਹੋਇਆ ਸੀ, ਇੱਕ ਕੁੜੀ ਸੀ ਜਿਹੜੀ ਕਿ ਜੌਬ ਕਰਦੀ ਸੀ, ਲੋਕਡਾਊਨ ਕਾਰਨ, ਕਰੋਨਾ ਕਾਰਨ ਉਹਦੀ ਜੌਬ ਚਲੀ। ਅੱਛਾ। ਉਹ ਨਿਰਾਸ਼ ਹੋ ਕੇ ਘਰ ਬੈਠ ਗਈ। ਜੀ ਬਿਲਕੁਲ। ਤੇ ਉਹਨੂੰ ਕੁਛ ਨਾ ਸੁਝਿਆ ਕਿ ਉਹ ਹੁਣ ਕੀ ਕਰੇਗੀ, ਲੋਕਡਾਊਨ ਹੋ ਚੁੱਕਿਆ, ਕਰੋਨਾ ਫੈਲ ਚੁੱਕਿਆ, ਮੇਰੇ ਕੋਲ ਕੋਈ ਕੰਮ ਨਹੀਂ ਆ, ਉਹ ਕੀ ਕਰੇਗੀ। ਜੀ। ਤੇ ਉਸਦੇ ਦਿਮਾਗ ਵਿੱਚ ਕੁਛ ਇਹੋ ਜਿਹਾ ਆਇਆ ਕਿ ਉਹਨੇ, ਜਿਵੇਂ ਕਿ ਸਭ ਜਾਣਦੇ ਨੇ ਕਿ ਜਦੋਂ ਕਰੋਨਾ ਟਾਈਮ ਸੀ, ਲੋਕ ਟਾਈਮ ਸੀ, ਤਾਂ ਸਾਰੇ ਘਰਾਂ ਵਿੱਚ ਕੁਛ ਨਾ ਕੁਛ ਬਣਾ ਕੇ ਖਾਂਦੇ ਸੀ। ਬਿਲਕੁਲ। ਉਸਨੇ ਕੀ ਕੀਤਾ, ਚਾਕਲੇਟ ਬਣਾਈ। ਓਕੇ। ਘਰੇ ਚਾਕਲੇਟ ਬਣਾਈ, ਆਪਣੀ ਫੈਮਿਲੀ ਨੂੰ ਖਵਾਈ, ਤੇ ਇਸ ਦੇ ਨਾਲ ਹੀ ਜਦੋਂ ਕੋਈ ਤਿਉਹਾਰ ਆਇਆ ਤਾਂ ਉਹਨੇ ਆਪਣੇ ਘਰੇ ਹੀ ਚਾਕਲੇਟ ਬਣਾ ਕੇ ਸਾਰੇ ਰਿਲੇਟਿਵਸ ਦੇ ਵਿੱਚ ਆਪਣੇ ਚਾਕਲੇਟ ਵੰਡ ਦਿੱਤੀ ਕਿ ਉਹ ਚਾਕਲੇਟ ਉਹਨੇ ਖੁਦ ਨੂੰ ਇਹ ਸਾਰਿਆਂ ਨੂੰ ਦੱਸਿਆ ਕਿ ਚਾਕਲੇਟ ਮੈਂ ਬਣਾਈ ਹੈ, ਤੇ ਸਾਰਿਆਂ ਨੇ ਉਹਦੀ ਬਹੁਤ ਹੀ ਤਾਰੀਫ ਕੀਤੀ ਕਿ ਇਹ ਚਾਕਲੇਟ ਬਹੁਤ ਸਵਾਦ ਹੈ। ਤੇ ਉਹਨਾਂ ਨੇ ਸਾਰਿਆਂ ਨੇ ਉਹਨੂੰ ਐਡਵਾਈਸ ਵੀ ਦਿੱਤੀ ਕਿ ਜੇ ਤੂੰ ਇਹ ਚਾਕਲੇਟ ਬਣਾ ਕੇ ਸੇਲ ਕਰੇ ਤਾਂ ਤੇਰਾ ਕੰਮ ਬਹੁਤ ਵਧੀਆ ਚੱਲ ਸਕਦਾ। ਤੇ ਜਦ ਉਹਨਾਂ ਸਾਰਿਆਂ ਨੇ ਉਹਨੂੰ ਇਹ ਵਧੀਆ ਐਡਵਾਈਸ ਦਿੱਤੀ ਤਾਂ ਉਹਨੇ ਇਸ ਐਡਵਾਈਸ ਨੂੰ ਨਾ ਨਹੀਂ ਕੀਤੀ, ਇਸ ਐਡਵਾਈਸ ਨੂੰ ਅਪਣਾ ਕੇ ਕੰਮ ਸ਼ੁਰੂ ਕਰ ਦਿੱਤਾ। ਬਿਲਕੁਲ। ਜਦ ਉਹਨੇ ਚਾਕਲੇਟ ਬਣਾ ਕੇ ਆਰਡਰ ਦੇਣੇ, ਵੇਚਣੇ ਸ਼ੁਰੂ ਕੀਤੇ ਤਾਂ ਉਹਨੂੰ ਇੰਨੇ ਜ਼ਿਆਦਾ ਆਰਡਰ ਆਣੇ ਸ਼ੁਰੂ ਹੋ ਚੁੱਕੇ, ਮੈਂ ਤੁਸੀਂ ਮੰਨੋਗੇ ਨਹੀਂ, ਅੱਜ ਉਹਦਾ ਕੰਮ ਚਾਕਲੇਟ ਦਾ ਇੰਨਾ ਵਧੀਆ ਚੱਲ ਰਿਹਾ ਹੈ ਕਿ ਉਹ ਇੰਨਾ ਵਧੀਆ ਪੈਸਾ ਕਮਾ ਰਹੀ ਹੈ, ਉਹਨੂੰ ਕਿਸੇ ਦੇ ਅੱਗੇ ਕੰਮ ਕਰਨ ਦੀ ਲੋੜ ਨਹੀਂ ਪਈ। ਕਿਉਂਕਿ ਕਿਤੇ ਲੋਕਡਾਊਨ ਵਿੱਚ ਉਹ ਕੰਮ ਕਰ ਰਹੇ ਸੀ, ਅੱਜ ਉਹ ਕੰਮ ਕਰ ਰਹੀ ਹੈ, ਚਾਕਲੇਟ ਦੇ ਰਹੀ ਹੈ, ਸਭ ਨੂੰ ਦੇ ਰਹੀ ਹੈ, ਤੇ ਇੰਨੀ ਵਧੀਆ ਸੇਲਿੰਗ ਉਹਦੀ ਚੱਲ ਰਹੀ ਹੈ। ਸੋ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਦੋਸਤੋ, ਇਹਦਾ ਨਿਚੋੜ ਇਹੀ ਹੈ ਕਿ ਸਮੇਂ ਦੀ ਕਦਰ। ਕਿਉਂਕਿ ਉਹਨੇ ਲੋਕਡਾਊਨ ਦੇ ਵਿੱਚ ਸਮੇਂ ਦੀ ਕਦਰ ਕੀਤੀ ਹੈ। ਬਿਲਕੁਲ। ਉਹ ਸਮੇਂ ਦੀ ਕਦਰ ਕੀਤੀ, ਉਸ ਸਮੇਂ ਦੇ ਵਿੱਚ ਉਹਨੇ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮੇਂ ਨੇ ਵੀ ਉਹਦਾ ਸਫਲ ਸਾਥ ਦਿੱਤਾ। ਬਿਲਕੁਲ। ਹਰਪ੍ਰੀਤ ਕੌਰ ਜੀ ਨੇ ਦੱਸਿਆ, ਉਦਾਹਰਨ ਦਿੱਤੀ ਹੈ ਕਿ ਇੱਕ ਲੜਕੀ ਨੇ ਲੋਕਡਾਊਨ ਵਿੱਚ ਚਾਕਲੇਟ ਬਣਾਉਣੀ ਸ਼ੁਰੂ ਕੀਤੀ ਤੇ ਅੱਜ ਉਹ ਕਿੰਨੇ ਹਾਈ ਲੈਵਲ ਤੇ ਹੈ, ਆਪਣੀ ਵੀ ਚਾਕਲੇਟ ਬਣਾਉਂਦੀ ਹੈ, ਖੁਦ ਦੀ ਸੇਲ ਕਰਦੀ ਹੈ। ਦੋਸਤੋ, ਇਹ ਤਾਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਆਪਾਂ ਸਮੇਂ ਦੀ ਕਦਰ ਕਰਾਂਗੇ ਤਾਂ ਸਮਾਂ ਵੀ ਬਿਲਕੁਲ ਆਪਣੀ ਕਦਰ ਕਰੇਗਾ। ਹੁਣ ਹਰਪ੍ਰੀਤ ਕੌਰ, ਸਾਡੇ ਪਿੰਡਾਂ ਵਿੱਚ ਇਦਾਂ ਦਾ ਹੁੰਦਾ ਹੈ ਕਿ ਲਾਈਟ ਚਲੇ ਗਈ, ਚਲੋ ਦੂਸਰੇ ਦੇ ਘਰੇ, ਆਪਣੇ ਘਰ ਦਾ ਕੰਮ ਖਤਮ ਕਰ ਲਿਆ, ਚਲੋ ਦੂਸਰੇ ਦੇ ਘਰੇ। ਉਹ ਪਿੰਡਾਂ ਦੀਆਂ ਔਰਤਾਂ ਇਦਾਂ ਦੀਆਂ ਹੁੰਦੀਆਂ ਕਿ ਆਪਣਾ ਕੰਮ ਖਤਮ ਕਰ ਲਿਆ, ਦੂਸਰੇ ਦੇ ਘਰੇ। ਉਹਨਾਂ ਨੂੰ ਸਮੇਂ ਦੀ ਕਦਰ ਥੋੜੀ ਘੱਟ ਹੁੰਦੀ ਹੈ। ਬਿਲਕੁਲ ਬਿਲਕੁਲ ਜੀ। ਬਿਲਕੁਲ ਮਮਤਾ, ਮੈਂ ਜਿਵੇਂ ਕਿ ਹੁੰਦਾ ਨਾ, ਕਈ ਕਹਿ ਦਿੰਦੇ ਨੇ ਜਿਵੇਂ ਕਿ ਆਪਾਂ ਕਹਿੰਦੇ ਕਿ ਪੈਸੇ ਖਤਮ ਹੋ ਗਏ, ਪੈਸੇ ਨਹੀਂ ਹੈ ਜੀ, ਬਿਲਕੁਲ, ਤਾਂ ਆਪਾਂ ਪੈਸਾ ਦੁਬਾਰਾ ਕਮਾ ਸਕਦੇ ਹਾਂ। ਬਿਲਕੁਲ। ਕਿਉਂਕਿ ਜਦੋਂ ਕੋਈ ਗਰੀਬ ਹੈ, ਉਹ ਗਰੀਬੀ ਦੇ ਵਿੱਚ ਜੀਵਨ ਕੱਟ ਰਿਹਾ ਤਾਂ ਉਹ ਪੈਸਾ ਕਮਾਏਗਾ, ਅੱਗੇ ਦੇ ਅੱਗੇ ਵਧਦਾ ਜਾਏਗਾ। ਲੇਕਿਨ ਜਿਹੜਾ ਸਮਾਂ ਹੈ ਨਾ, ਉਹ ਨਹੀਂ ਕਮਾਇਆ ਜਾ ਸਕਦਾ। ਸਮਾਂ ਜੇ ਉਹੀ ਗੱਲ ਆਪਾਂ ਕਰ ਰਹੇ ਹਾਂ, ਬੀਤ ਜਾਏਗਾ। ਸੋ ਪੈਸੇ ਨੂੰ ਆਪਾਂ, ਜੇ ਪੈਸਾ ਖਤਮ ਹੁੰਦਾ ਤਾਂ ਉਹਨੂੰ ਆਪਾਂ ਕਮਾ ਸਕਦੇ ਹਾਂ, ਲੇਕਿਨ ਜਿਹੜਾ ਸਮਾਂ ਹੈ ਉਹਨੂੰ ਆਪਾਂ ਵਾਪਸ ਨਹੀਂ ਲੈ ਕੇ ਆ ਸਕਦੇ। ਬਿਲਕੁਲ। ਪੈਸਾ ਤਾਂ ਆਪਾਂ ਮਿਹਨਤ ਕਰਕੇ ਜਾਂ ਕੋਈ ਕੰਮ ਕਰਕੇ ਵੀ ਆਪਾਂ ਪੈਸਾ ਕਮਾ ਸਕਦੇ ਹਾਂ, ਲੇਕਿਨ ਸਮੇਂ ਨੂੰ ਆਪਾਂ ਨਹੀਂ ਕਮਾ ਸਕਦੇ। ਕੁਝ ਵੀ ਕਰ ਲਓ, ਸਮਾਂ ਆਪਣੇ ਹੱਥ ਨਹੀਂ ਆਏਗਾ। ਬਿਲਕੁਲ। ਮੈਂ ਕਿ ਕਿਉਂਕਿ ਸਮਾਂ ਬਹੁਤ ਕੀਮਤੀ ਹੈ। ਸਮਾਂ, ਜਿਵੇਂ ਕਿ ਕਹਿੰਦੇ ਨੇ ਨਾ, ਸਮਾਂ ਤੇ ਸਮਝ ਦੋਨੋਂ ਇਕੱਠੇ ਖੁਸ਼ਕਿਸਮਤ ਇਨਸਾਨ ਦੀ ਕਿਸਮਤ ਦੇ ਵਿੱਚ ਆਉਂਦੇ। ਕਿਉਂਕਿ ਅਕਸਰ ਸਮਾਂ, ਜਦੋਂ ਸਮਾਂ ਹੁੰਦਾ ਤਾਂ ਇਨਸਾਨ ਨੂੰ ਸਮਝ ਨਹੀਂ ਹੁੰਦੀ। ਬਿਲਕੁਲ। ਜਦੋਂ ਸਮਝ ਆਉਂਦੀ ਹੈ ਤਾਂ ਉਸ ਵਕਤ ਜਿਹੜਾ ਸਮਾਂ ਹੁੰਦਾ ਉਹ ਬੀਤ ਜਾਂਦਾ। ਬਿਲਕੁਲ ਬਿਲਕੁਲ ਜੀ। ਮੈਂ ਇੱਕ ਗੱਲ ਕਰਾਂਗੀ ਜੀ। ਬਿਲਕੁਲ। ਮੇਰੀ ਇੱਕ ਫਰੈਂਡ ਹੈ ਤੇ ਮੈਂ ਉਹਦੇ ਕੋਲ ਜਾਂਦੀ ਹੁੰਦੀ ਹਾਂ ਤੇ ਮੈਂ ਉਹਦੇ ਲਈ ਗਿਫਟ ਵਗੈਰਾ ਲੈ ਜਾਂਦੀ ਹੁੰਦੀ ਹਾਂ, ਜਾਂਦੀ ਵੀ, ਤੇ ਮੈਨੂੰ ਹਰ ਵਾਰ ਉਹੀ ਗੱਲ ਕਹਿੰਦੀ ਹੁੰਦੀ ਹੈ ਕਿ ਤੂੰ ਮੇਰੇ ਲਈ ਕੁਛ ਨਾ ਲੈ ਕੇ ਆਇਆ ਕਰ, ਸਿਰਫ ਆਪਣਾ ਟਾਈਮ। ਬਿਲਕੁਲ। ਟਾਈਮ, ਥੋੜਾ ਸਮਾਂ ਹੈ ਉਹ ਮੇਰੇ ਨਾਲ ਸਪੈਂਡ ਕਰ ਲਿਆ ਕਰ, ਤੇ ਮੈਨੂੰ ਤੇਰੇ ਗਿਫਟ ਕੁਛ ਨਹੀਂ ਚਾਹੀਦਾ, ਤੂੰ ਸਮਾਂ। ਮੈਂ ਖੁਦ ਕਹਾਂਗੀ ਕਿ ਮੇਰੇ ਕੋਲ ਵੀ ਸਮੇਂ ਦੀ, ਪਰ ਮੈਂ ਉਹ ਸਮਾਂ ਆਪਣਾ
ਕਰ ਲੈਂਦੀ ਹਾਂ ਕਿ ਨਹੀਂ ਕਿ ਮੈਨੂੰ ਇਹ ਟਾਈਮ ਇਹ ਕੰਮ ਕਰਨਾ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ। ਮੈਂ ਕਿ ਜਿਵੇਂ ਕਿ ਤੁਸੀਂ ਆਪਣੀ ਫਰੈਂਡ ਬਾਰੇ ਦੱਸਿਆ, ਕਈ ਵਾਰੀ ਕੀ ਹੁੰਦਾ ਲੋਕੀ ਕੀ ਕਰਦੇ ਆ ਕਿ ਰਿਸ਼ਤਿਆਂ ਦੇ ਵਿੱਚ ਲੜਾਈ ਕਰਨ ਲੱਗ ਜਾਂਦੇ ਨੇ। ਜਦੋਂ ਇਨਸਾਨ ਨੂੰ ਜ਼ਿਆਦਾ ਆਪਾਂ ਗੱਲਾਂ ਬਾਤਾਂ ਦੇ ਵਿੱਚ ਉਲਝਾ ਲੈਂਦੇ ਆ ਤਾਂ ਉਹ ਇਨਸਾਨ ਨੂੰ ਇਦਾਂ ਹੁੰਦਾ ਕਿ ਇਹ ਮੇਰਾ ਹੀ ਹੈ, ਉਹਨੂੰ ਸਮਾਂ ਨਹੀਂ ਦਿੰਦਾ, ਹਨਾ। ਕਿਉਂਕਿ ਜਦੋਂ ਆਪਣੇ ਰਿਸ਼ਤੇ ਖਤਮ ਹੁੰਦੇ ਨੇ, ਜਦੋਂ ਇੱਕ ਪਿਆਰ ਆਪਣਾ ਦੋਸਤ ਅਲੱਗ ਹੁੰਦਾ ਤਾਂ ਬਹੁਤ ਮੁਸ਼ਕਿਲ ਹੋ ਜਾਂਦਾ ਉਹ ਸਮਾਂ ਕੱਟਣਾ, ਕਿਉਂਕਿ ਜਦੋਂ ਆਪਾਂ ਕਿਸੇ ਨੂੰ ਸਮਾਂ ਨਹੀਂ ਦਿੰਦੇ ਨਾ ਤਾਂ ਬਹੁਤ ਔਖਾ ਹੋ ਜਾਂਦਾ। ਸੋ ਦੋਸਤੋ, ਆਪਾਂ ਨੂੰ ਆਪਣੇ ਫਰੈਂਡ ਸਰਕਲ, ਆਪਣੀ ਫੈਮਿਲੀ ਦੇ ਵਿੱਚ ਉਹਨਾਂ ਨੂੰ ਵੀ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਜੀ। ਮੈਂ ਕਿਉਂਕਿ ਸਮਾਂ ਬਹੁਤ ਕੀਮਤੀ ਹੈ ਜੀ, ਕਿਉਂਕਿ ਸਮਾਂ ਜੇ ਆਪਾਂ ਕਿਸੇ ਨੂੰ ਨਹੀਂ ਦਾਂਗੇ ਤਾਂ ਬਹੁਤ ਔਖਾ ਹੋ ਜਾਂਦਾ, ਕਿਉਂਕਿ ਜੇ ਆਪਾਂ ਸਮਾਂ ਕਿਸੇ ਨੂੰ ਦਵਾਂਗੇ ਤਾਂ ਖੁਸ਼ੀ ਵੀ ਰਹੂਗੀ। ਕਿਉਂਕਿ ਜਿਵੇਂ ਕਿ ਮੈਂ ਚਾਕਲੇਟ ਵਾਲੀ ਗੱਲ ਦੱਸੀ ਹੈ ਦੋਸਤੋ, ਇਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਕੁੜੀ ਨੇ ਕਿਸ ਤਰ੍ਹਾਂ ਲੋਕਡਾਊਨ ਦਾ ਸਮਾਂ ਸੀ ਜਿਹੜਾ ਆਪਣੇ ਕਾਬੂ ਵਿੱਚ ਲਿਆ ਤੇ ਇੱਕ ਸਕਸੈਸ ਲੇਡੀ ਬਣ ਚੁੱਕੀ ਹੈ। ਸੋ ਦੋਸਤੋ, ਤੁਸੀਂ ਵੀ ਇਸੇ ਤਰ੍ਹਾਂ ਆਪਣੇ ਸਮੇਂ ਨੂੰ ਖਰਾਬ ਨਾ ਕਰੋ। ਜੀ ਮਹਿਕ ਸ਼ਰਮਾ ਜੀ। ਬਿਲਕੁਲ ਪ੍ਰੀਤ ਕੌਰ ਜੀ, ਮੈਂ ਇੱਕ ਗੱਲ ਹੋਰ ਕਰਨਾ ਚਾਹਾਂਗੀ। ਜੋ ਕੁਛ ਲੇਡੀਜ਼ ਹੁੰਦੀਆਂ ਨੇ ਕਿ ਆਪਣੇ ਜੌਬ ਵਗੈਰਾ ਕਰਦੀਆਂ ਨੇ, ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਸਕਦੀਆਂ ਨਾ, ਤੇ ਉਹਨਾਂ ਦੇ ਬੱਚੇ ਥੋੜੀ ਗਲਤ ਲਾਈਨ 'ਚ ਪੈ ਜਾਂਦੇ ਆ। ਤੁਸੀਂ ਕੀ ਕਹੋਗੇ ਇਸ ਬਾਰੇ ਕਿ ਹਾਂ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ ਹੈ? ਬਿਲਕੁਲ ਮੈਂ ਕਿਉਂਕਿ ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ ਤਾਂ ਉਹ ਬੱਚੇ ਜਿਹੜੇ ਨਿਰਾਸ਼ ਹੋ ਕੇ ਬੈਠ ਜਾਂਦੇ ਹਨ, ਕਿਉਂਕਿ ਉਹ ਸੋਚਦੇ ਨੇ ਕਿ ਜੇ ਮਾਂ-ਬਾਪ ਸਾਨੂੰ ਸਮਾਂ ਨਹੀਂ ਦੇਣਗੇ ਤਾਂ ਅਸੀਂ ਕੀ ਕਰਾਂਗੇ। ਕਿਉਂਕਿ ਪੇਰੈਂਟਸ ਆਪਣਾ ਬਿਜ਼ੀ ਹੋ ਜਾਂਦੇ ਨੇ ਤਾਂ ਬੱਚਿਆਂ ਦੀ ਜਿਹੜੀ ਲਾਈਫ ਹੁੰਦੀ ਹੈ ਨਾ ਅੱਗੇ ਆਪਣੇ ਮਾਂ-ਬਾਪ ਨੂੰ ਮਿਸ ਕਰਦੇ ਨੇ। ਜੇ ਮਾਂ-ਬਾਪ ਦਾ ਸਾਥ ਸਾਡੇ ਨਾਲ ਹੁੰਦਾ ਤਾਂ ਸ਼ਾਇਦ ਅੱਜ ਅਸੀਂ ਇੰਨਾ ਗੰਦਾ ਨਿਰਾਸ਼ ਨਾ ਹੁੰਦੇ। ਬਿਲਕੁਲ ਜੀ, ਬਿਲਕੁਲ ਹਰਪ੍ਰੀਤ ਕੌਰ ਜੀ। ਮੈਂ ਕਿਉਂਕਿ ਸਮਾਂ ਬਹੁਤ ਕੀਮਤੀ ਹੈ, ਬੱਚਿਆਂ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ ਪੇਰੈਂਟਸ ਨੂੰ, ਕਿਉਂਕਿ ਪੇਰੈਂਟਸ ਅਗਰ ਬਾਹਰ ਜਾਂਦੇ ਨੇ, ਕੰਮ ਕਰਦੇ ਨੇ ਤਾਂ ਉਸ ਦੇ ਬਰਾਬਰ ਬੱਚਿਆਂ ਨੂੰ ਵੀ ਸਮਾਂ ਦੇਣਾ ਬਹੁਤ ਹੀ ਕੀਮਤੀ ਜ਼ਰੂਰੀ ਹੈ। ਔਰ ਸਮੇਂ ਦੀ ਕਦਰ ਸਾਨੂੰ ਕਰਨੀ ਇੰਨੀ ਜ਼ਰੂਰੀ ਹੈ ਕਿ ਜੋ ਸਮਾਂ ਆਪਣੇ ਕੋਲ ਹੈ ਆਪਾਂ ਨੂੰ ਉਹ ਬਿਲਕੁਲ ਕਵਰ ਕਰਨਾ ਚਾਹੀਦਾ ਕਿ ਇਸ ਟਾਈਮ ਅਸੀਂ ਇਹ ਕੰਮ ਕਰਨਾ ਹੈ ਜਾਂ ਇਹ ਕਰਨਾ ਹੈ, ਇਹ ਕੰਮ ਕਰਨਾ ਹੈ, ਇਹ ਵਰਕ ਕਰਨਾ ਹੈ। ਸਾਨੂੰ ਪੂਰੇ ਦਿਨ ਦਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਆਪਾਂ ਜੋ ਆਪਣੇ ਕੋਲ ਸਮਾਂ ਹੈ ਉਹ ਆਪਾਂ ਵੇਸਟ ਨਾ ਕਰੀਏ। ਸੋ ਬਿਲਕੁਲ ਮੈਂ ਕਿਉਂਕਿ ਸਮਾਂ ਬਹੁਤ ਜ਼ਰੂਰੀ ਹੈ। ਜੇ ਆਪਾਂ ਆਪਣੇ ਸ਼ਡਿਊਲ ਨਾਲ ਨਹੀਂ ਚੱਲਾਂਗੇ ਤਾਂ ਜਿਹੜਾ ਸਮਾਂ ਉਹ ਬੀਤ ਜਾਏਗਾ। ਜਿਵੇਂ ਕਿ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਸਮਾਂ ਬੀਤ ਗਿਆ ਤਾਂ ਵਾਪਸ ਨਹੀਂ ਆਉਣਾ। ਸੋ ਦੋਸਤੋ, ਤੁਹਾਨੂੰ ਅਸੀਂ ਇਹੀ ਬਾਰ-ਬਾਰ ਕਹਿ ਰਹੇ ਹਾਂ ਕਿ ਸਮਾਂ ਹੈ ਉਹ ਬਹੁਤ ਕੀਮਤੀ ਹੈ। ਸਮੇਂ ਨੂੰ ਇੱਕ ਸ਼ਡਿਊਲ ਦੀ ਤਰ੍ਹਾਂ ਕਰੋ, ਕਿਉਂਕਿ ਜੇ ਬੱਚਾ ਸਕੂਲ ਟਾਈਮ ਤੇ ਨਹੀਂ ਜਾਏਗਾ ਤਾਂ ਉਹ ਉਸ ਤੋਂ ਬਾਅਦ ਜਿਵੇਂ ਵੱਡਾ ਹੋਏਗਾ ਆਫਿਸ ਟਾਈਮ ਤੇ ਨਹੀਂ ਜਾਏਗਾ, ਜਿਹੜੇ ਹੋਰ ਕੰਮ ਨੇ ਉਹ ਟਾਈਮ ਤੇ ਨਹੀਂ ਕਰੇਗਾ। ਸੋ ਬੱਚਿਆਂ ਨੂੰ ਵੀ ਸਮੇਂ ਦੀ ਕਦਰ ਕਰਨਾ ਜੇ ਤੁਸੀਂ ਹੁਣ ਤੋਂ ਹੀ ਸਿਖਾਓਗੇ ਤਾਂ ਹੌਲੀ-ਹੌਲੀ ਉਹ ਅੱਗੇ ਜਾ ਕੇ ਤਾਂ ਹੀ ਸਮੇਂ ਦੀ ਕਦਰ ਕਰ ਪਾਣਗੇ, ਕਿਉਂਕਿ ਸਮਾਂ ਬਹੁਤ ਕੀਮਤੀ ਹੈ। ਕਿਉਂਕਿ ਜੇ ਅੱਜ ਆਪਾਂ ਬੱਚੇ ਨੂੰ ਗਲਤ ਆਦਤਾਂ ਪਾਵਾਂਗੇ, ਲੇਟ ਉਠਾਵਾਂਗੇ, ਲੇਟ ਕੰਮ ਤੇ ਭੇਜਾਂਗੇ, ਲੇਟ ਖੇਡਣ ਭੇਜਾਂਗੇ ਤਾਂ ਬੱਚੇ ਦੀਆਂ ਉਹੀ ਸੇਮ ਹੈਬਿਟਸ ਬਣ ਕੇ ਵੱਡਾ ਹੋ ਕੇ ਜਿਹੜਾ ਕਿ ਉਹਨੂੰ ਖੁਦ ਤੇ ਇਹ ਨਿਰਾਸ਼ਾ ਫੀਲ ਹੋਊਗੀ ਕਿ ਮੈਂ ਸਮੇਂ ਤੇ ਕਿਉਂ ਨਹੀਂ ਉੱਠਦਾ, ਮੈਂ ਸਮੇਂ ਤੇ ਕਿਉਂ ਨਹੀਂ ਇਹ ਕੰਮ ਕਰਦਾ। ਸੋ ਸ਼ੁਰੂ ਤੋਂ ਹੀ ਜੇ ਆਪਾਂ ਬੱਚਿਆਂ ਨੂੰ ਇਹ ਚੰਗੀਆਂ ਆਦਤਾਂ ਦੇਣੀਆਂ ਸ਼ੁਰੂ ਕਰਾਂਗੇ ਤਾਂ ਉਹ ਵੱਡਾ ਜਾ ਕੇ ਹੌਲੀ-ਹੌਲੀ ਸਕਸੈਸਫੁਲ ਲਾਈਨ ਤੇ ਚੱਲੂਗਾ। ਜੀ ਬਿਲਕੁਲ। ਕੁਝ ਲੋਕ ਐਦਾਂ ਹੁੰਦੇ ਨੇ ਪ੍ਰੀਤ ਜੀ, ਖਾਈ ਜਾਂਦੇ ਕੋਈ ਟਾਈਮ ਟੇਬਲ ਨਹੀਂ, ਜੇ ਇੱਕ ਕੰਮ ਕਰੀ ਜਾ ਰਹੇ ਤਾਂ ਕਰੀ ਜਾ, ਸਿਰਫ ਉਹੀ ਕੰਮ ਕਰਨਾ ਹੈ ਔਰ ਕੁਝ ਨਹੀਂ ਕਰਨਾ, ਟਾਈਮ ਟੇਬਲ ਨਹੀਂ ਰੱਖਦੇ, ਉਹਨਾਂ ਨੂੰ ਸਮੇਂ ਦੀ ਵੈਲਿਊ ਨਹੀਂ ਹੈ। ਬਿਲਕੁਲ ਮੈਂ ਸਹੀ ਗੱਲ ਕਹੀ ਤੇ ਮੈਂ ਬੱਚਿਆਂ ਨੂੰ ਇਹ ਗੱਲ ਕਹਿਣਾ ਚਾਹੂੰਗੀ ਕਿ ਬੱਚੋ ਜਦੋਂ ਤੁਸੀਂ ਸਕੂਲ ਜਾਂਦੇ ਹੋ, ਟਿਊਸ਼ਨ ਜਾਂਦੇ ਹੋ, ਖੇਡਣ ਜਾਂਦੇ ਹੋ ਤਾਂ ਤੁਸੀਂ ਇੱਕ ਸ਼ਡਿਊਲ ਬਣਾਓ, ਇੱਕ ਪੇਪਰ ਲਓ, ਉਹਨੂੰ ਪੇਪਰ ਤੇ ਤੁਸੀਂ ਆਪਣੇ ਸਾਰੇ ਦਿਨ ਦਾ ਸ਼ਡਿਊਲ ਲਿਖੋ। ਸਵੇਰੇ ਤੁਸੀਂ ਸਕੂਲ ਕਿੰਨੇ ਵਜੇ ਜਾਣਾ, ਸਕੂਲ ਤੋਂ ਆਣਾ ਹੈ, ਕੀ ਕਰਨਾ ਹੈ, ਸਟੱਡੀ ਕਦੋਂ ਕਰਨੀ ਹੈ, ਟਿਊਸ਼ਨ ਕਦੋਂ ਜਾਣਾ, ਤਾਂ ਕਿ ਤੁਹਾਡਾ ਜਿਹੜਾ ਸਾਰੇ ਦਿਨ ਦਾ ਸ਼ਡਿਊਲ ਹੈ ਉਹ ਵਧੀਆ ਤਰੀਕੇ ਨਾਲ ਬਣੇ ਔਰ ਡੇਲੀ ਤੁਹਾਡਾ ਦਿਨ ਵਧੀਆ ਜਾਵੇ। ਜੀ ਬਿਲਕੁਲ ਹਰਪ੍ਰੀਤ ਕੌਰ ਜੀ। ਬਿਲਕੁਲ। ਸੋ ਦੋਸਤੋ, ਜਾਂਦੇ ਮੈਂ ਤੁਹਾਨੂੰ ਇਹੀ ਕੁਝ ਕਹਾਂਗੀ, ਜਿਵੇਂ ਕਿ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਜਾਰੀ ਰੱਖਿਆ, ਤੁਹਾਨੂੰ ਵਧੀਆ ਗੱਲਾਂ ਵੀ ਦੱਸੀਆਂ ਨੇ ਕਿ ਸਮਾਂ ਬਹੁਤ ਕੀਮਤੀ ਹੈ, ਕਿਉਂਕਿ ਜੇ ਤੁਸੀਂ ਸਮੇਂ ਦੀ ਕਦਰ ਨਹੀਂ ਕਰੋਗੇ ਤਾਂ ਸਮਾਂ ਵਾਪਸ ਤੁਹਾਡੇ ਹੱਥ ਵਿੱਚ ਨਹੀਂ ਆਊਗਾ। ਸਮੇਂ ਦੀ ਕਦਰ ਕਰੋ। ਵਿਹਲੜਾ ਵਾਂਗੂ ਘੁੰਮਣ ਨਾਲੋਂ ਇਹ ਹੈ ਕਿ ਕੋਈ ਵਧੀਆ ਕੰਮ ਕਰੋ, ਸਿੱਖੋ ਕੁਝ, ਕਿਉਂਕਿ ਸਕੂਲ ਦੇ ਵਿੱਚ ਜੇ ਬੱਚੇ ਤੁਸੀਂ ਜਾਣਦੇ ਹੋ ਤਾਂ ਸਮੇਂ ਦੀ ਕਦਰ ਕਰੋ ਤੇ ਚੱਲਦੇ ਫਿਰਦੇ ਕੰਮਕਾਰ ਕਰਦੇ ਰਹੋ, ਕਿਉਂਕਿ ਵਿਹਲੇ ਰਹਿਣਾ, ਵਿਹਲੇ ਗੱਪਾਂ ਮਾਰਨਾ, ਟਾਈਮ ਪਾਸ ਕਰਨਾ, ਟਾਈਮ ਖਰਾਬ ਕਰਨਾ ਹੈ ਪ੍ਰੀਤ ਜੀ। ਬਿਲਕੁਲ ਟਾਈਮ ਖਰਾਬ ਕਰਨ ਨਾਲ ਤਾਂ ਬੈਟਰ ਇਹ ਹੈ ਕਿ ਕੋਈ ਕੰਮ ਕਰੋ ਤਾਂ ਕਿ ਅੱਗੇ ਜਾ ਕੇ
ਤੁਹਾਡੇ ਉਹ ਕੰਮ ਕੰਮ ਆਵੇ। ਆਵੇ। ਸੋ ਦੋਸਤੋ ਆਪਣੇ ਸਮੇਂ ਦੀ ਕਦਰ ਕਰੋ। ਜਾਂਦੇ ਅਸੀਂ ਫਿਰ ਇੱਕ ਵਾਰ ਫਿਰ ਤੋਂ ਕਹਾਂਗੇ ਕਿ ਸਮੇਂ ਦੀ ਕਦਰ ਬਹੁਤ ਜ਼ਰੂਰੀ ਹੈ, ਕਿਉਂਕਿ ਸਮਾਂ ਵਾਪਸ ਨਹੀਂ ਆਣਾ, ਨਾ ਪੈਸੇ ਨਾਲ ਨਾ ਕਿਸੇ ਹੋਰ ਚੀਜ਼ ਨਾਲ ਸਮਾਂ ਵਾਪਸ ਆਣਾ। ਸੋ ਦੋਸਤੋ ਤੁਹਾਨੂੰ ਸਾਡਾ ਅੱਜ ਦਾ ਵਿਸ਼ਾ ਕਿਸ ਤਰ੍ਹਾਂ ਦਾ ਲੱਗਿਆ, ਸਾਨੂੰ ਆਪਣੀ ਐਡਵਾਈਸ ਆਪਣੇ ਸੁਝਾਅ ਦੇਣਾ ਨਾ ਭੁੱਲਣਾ। ਅਗਲੀ ਵਾਰ ਫਿਰ ਤੋਂ ਅਸੀਂ ਇਸੇ ਸਮੇਂ ਇਸੇ ਚੈਨਲ ਤੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਨੂੰ ਤੇ ਮਹਿਕ ਸ਼ਰਮਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।